किताब 1984 सिख कतलेआम दा सच। लेखक जरनैल सिंह पत्रकार दिल्ली। भाग तीजा। हिंद दी चादर ते हमला, इज्जत तार तार ਅਤੇ ਕਾਤਲਾਂ ਦੀ ਟ੍ਰੇਨ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦ ਦੀ ਚਾਦਰ ਤੇ ਹਮਲਾ ਤਕਰੀਬਨ 1995-96 ਦੀ ਗੱਲ ਹੋਵੇਗੀ। ਮੈਂ ਪੱਤਰਕਾਰਤਾ ਦਾ ਕੋਰਸ ਕਰਕੇ ਅਖਬਾਰਾਂ ਵਿੱਚ ਸੁਤੰਤਰ ਪੱਤਰਕਾਰ ਵਜੋਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸੇ ਦੌਰਾਨ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਆ ਗਿਆ ਤੇ ਮੈਂ ਵੀ ਇੱਕ ਸਿੱਖ ਹੋਣ ਦੇ ਨਾਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਮਸਤਕ ਹੋਣ ਲਈ ਚਲਾ ਗਿਆ। ਇਹ ਉਹ ਥਾਂ ਹੈ ਜਿੱਥੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂਆਂ ਦੇ ਜਬਰਨ ਧਰਮ ਬਦਲੀ ਦੀ ਮੁਹਿੰਮ ਦੇ ਖਿਲਾਫ ਖੜਾ ਹੋਣ ਲਈ ਸ਼ਹੀਦ ਕੀਤਾ ਗਿਆ ਸੀ। ਇੱਕ ਧਰਮ ਦੇ ਆਗੂ ਵੱਲੋਂ ਦੂਜੇ ਧਰਮ ਦੇ ਜਬਰਨ ਧਰਮ ਬਦਲ ਨੂੰ ਰੋਕਣ ਦੇ ਖਿਲਾਫ ਸ਼ਹਾਦਤ ਦੇਣ ਦੀ ਇਹ ਘਟਨਾ ਦੁਨੀਆ ਦੇ ਇਤਿਹਾਸ ਵਿੱਚ ਅਦੁੱਤੀ ਹੀ ਹੈ। ਇਹ ਥਾਂ ਉਸ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਹੈ ਜਿੱਥੇ ਮੁਗਲ ਹਕੂਮਤ ਹਿੰਦੁਸਤਾਨ ਤੇ ਰਾਜ ਕਰਿਆ ਕਰਦੀ ਸੀ। ਮੈਂ ਕੀਰਤਨ ਸੁਣ ਹੀ ਰਿਹਾ ਸੀ ਕਿ ਦੇਖਿਆ ਬਹੁਤ ਸਾਰੇ ਕਸ਼ਮੀਰੀ ਪੰਡਤ ਸਿਰ ਤੇ ਕੱਪੜਾ ਬੰਨ੍ਹ ਕੇ ਅੰਦਰ ਦਾਖਲ ਹੋਏ ਹਨ। ਪ੍ਰਬੰਧਕਾਂ ਨੂੰ ਸ਼ਾਇਦ ਇਸ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਉਤਸੁਕਤਾ ਵੱਧ ਗਈ। ਹੁਣ ਉਹਨਾਂ ਦੇ ਆਗੂ ਅੱਗੇ ਆਏ ਤੇ ਮਾਈਕ ਸੰਭਾਲ ਲਿਆ। ਦਰਅਸਲ ਹੁਣ ਕਸ਼ਮੀਰ ਵਿੱਚ ਅੱਤਵਾਦ ਹਿਲੋਰੇ ਮਾਰਨ ਲੱਗਾ ਸੀ ਅਤੇ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਬੇਘਰ ਕਰ ਦਿੱਤਾ ਗਿਆ ਸੀ। ਲੱਖਾਂ ਕਸ਼ਮੀਰੀ ਪੰਡਤ ਉੱਜੜ ਕੇ ਜੰਮੂ ਜਾਂ ਦਿੱਲੀ ਆ ਚੁੱਕੇ ਸੀ। ਉਹਨਾਂ ਦੀ ਜਾਨ ਨੂੰ ਖਤਰਾ ਸੀ ਤੇ ਅੱਤਵਾਦੀਆਂ ਨੇ ਸਾਰੇ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਣ ਦਾ ਫੈਸਲਾ ਕਰ ਲਿਆ ਸੀ। ਕਸ਼ਮੀਰੀ ਪੰਡਤਾਂ ਲਈ ਤਕਰੀਬਨ ਉਹੀ ਹਾਲਾਤ ਬਣ ਰਹੇ ਸਨ ਜੋ ਔਰੰਗਜ਼ੇਬ ਦੇ ਵਕਤ ਬਣੇ ਸਨ। ਕਸ਼ਮੀਰੀ ਪੰਡਤਾਂ ਦੇ ਆਗੂ ਅੱਜ ਫੇਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆ ਰਹੇ ਸੀ। ਉਹਨਾਂ ਨੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਕ ਵਾਰ ਫੇਰ ਗੁਰੂ ਤੇਗ ਬਹਾਦਰ ਸਾਹਿਬ ਤੇ ਸਿੱਖ ਕੌਮ ਦੀ ਸ਼ਰਨ ਵਿੱਚ ਆਏ ਹਨ। ਉਹਨਾਂ ਦੀ ਆਵਾਜ਼ ਵਿੱਚ ਬੇਹੱਦ ਪੀੜਾ ਸੀ, ਪਰ ਅੱਜ ਹਾਲਾਤ ਬਦਲੇ ਹੋਏ ਸੀ। ਮੈਂ ਮਹਿਸੂਸ ਕਰ ਰਿਹਾ ਸੀ ਕਿ ਆਖਰ ਇਹ ਕਿਹਨਾਂ ਤੋਂ ਸਹਾਇਤਾ ਮੰਗ ਰਹੇ ਹਨ ਜੋ ਅੱਜ ਖੁਦ ਪੀੜਤ ਹਨ। 1984 ਨੂੰ ਇਸੇ ਦੇਸ਼ ਵਿੱਚ 5000 ਤੋਂ ਵੱਧ ਸਿੱਖ ਭਰਾ ਕਤਲ ਕਰ ਦਿੱਤੇ ਗਏ ਤੇ ਇਹ ਖੁਦ ਆਪਣੇ ਲਈ ਨਿਆਂ ਨਹੀਂ ਲੈ ਪਾ ਰਹੇ। ਇਹ ਉਹਨਾਂ ਤੋਂ ਸਹਾਇਤਾ ਮੰਗ ਰਹੇ ਹਨ। ਕੋਲ ਬੈਠੇ ਇੱਕ ਬਜ਼ੁਰਗ ਸਿੱਖ ਨੇ ਬੁੱਧ ਬੁਧਾਇਆ ਕਿ ਜਦ ਸਿੱਖਾਂ ਦੇ ਨਾਲ ਕਤਲੇਆਮ ਹੋ ਰਿਹਾ ਸੀ ਤਾਂ ਇਹ ਕਸ਼ਮੀਰੀ ਪੰਡਤ ਕਿੱਥੇ ਚਲੇ ਗਏ ਸੀ? ਉਹ ਮਦਦ ਲਈ ਅੱਗੇ ਕਿਉਂ ਨਹੀਂ ਆਏ? ਆਖਰ ਉਹਨਾਂ ਨੂੰ ਇਤਿਹਾਸ ਕਿਉਂ ਭੁੱਲ ਗਿਆ ਸੀ? ਇੱਥੋਂ ਤੱਕ ਕਿ ਕੇਂਦਰ ਦੀ ਸੱਤਾ ਵਿੱਚ ਵੀ ਕਸ਼ਮੀਰੀ ਪੰਡਤ ਪ੍ਰਭਾਵਸ਼ਾਲੀ ਸੀ। ਇਸ ਦੇ ਬਾਵਜੂਦ ਸਿੱਖਾਂ ਦੇ ਨਾਲ ਇਹ ਅਨਿਆਂ ਕਿਵੇਂ ਹੋ ਗਿਆ? ਹੁਣ ਉਸ ਬਜ਼ੁਰਗ ਨੇ ਗੁਰਦੁਆਰਾ ਸੀਸਗੰਜ ਸਾਹਿਬ ਤੇ 1984 ਵਿੱਚ ਹੋਇਆ ਦੰਗਾਈ ਹਮਲਾ ਯਾਦ ਕਰਾ ਦਿੱਤਾ। ਕਹਿਣ ਲੱਗਾ, ਇਹ ਤਾਂ ਸ਼ਾਬਾਸ਼ ਹੈ ਉਸ ਈਸਾਈ ਪੁਲਿਸ ਅਫਸਰ ਮੈਕਸਵੈਲ ਪਰੇਰਾ ਦਾ ਜਿਸ ਨੇ ਗੁਰਦੁਆਰਾ ਸੀਸਗੰਜ ਤੇ ਹੋਏ ਹਮਲੇ ਨੂੰ ਰੋਕਿਆ। ਨਹੀਂ ਤਾਂ ਅਜਿਹਾ ਦਾਗਦਾਰ ਇਤਿਹਾਸ ਲਿਖਿਆ ਜਾਂਦਾ ਜਿਸ ਦੀ ਟੀਸ ਸਦੀਆਂ ਤੱਕ ਕਾਇਮ ਰਹਿੰਦੀ। ਹਿੰਦੂਆਂ ਦੇ ਜਬਰਨ ਧਰਮ ਪਰਿਵਰਤਨ ਨੂੰ ਰੋਕਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਤੇ ਦੰਗਾਈਆਂ ਦੀ ਭੀੜ ਹਮਲਾ ਕਰਨ ਪਹੁੰਚ ਚੁੱਕੀ ਸੀ। ਇਹ ਲੋਕ ਨੰਗੀਆਂ ਤਲਵਾਰਾਂ, ਲੋਹੇ ਦੀਆਂ ਰਾਡਾਂ ਅਤੇ ਅੱਗ ਲਾਉਣ ਦਾ ਸਮਾਨ ਤੇ ਹੋਰ ਹਥਿਆਰਾਂ ਨਾਲ ਲੈਸ ਸੀ। ਪਰ ਗੁਰਦੁਆਰੇ ਵਿੱਚ ਮੌਜੂਦ ਸਿੱਖਾਂ ਨੇ ਵੀ ਇਸ ਸ਼ਹੀਦੀ ਸਥਾਨ ਲਈ ਸ਼ਹੀਦੀ ਪਾਉਣ ਦੀ ਠਾਣ ਲਈ। ਉਹ ਸਾਹਮਣੇ ਚਾਂਦਨੀ ਚੌਂਕ ਵਿੱਚ ਇਕੱਠਾ ਹੋ ਗਏ। ਭੀੜ ਤੇ ਸਿੱਖ ਆਮੋ ਸਾਹਮਣੇ ਸੀ। ਮੈਕਸਵੈਲ ਪਰੇਰਾ ਨੂੰ ਲੱਗਿਆ ਕਿ ਹਾਲਾਤ ਹੱਥ ਵਿੱਚੋਂ ਨਿਕਲ ਜਾਣਗੇ, ਪਰ ਉਹਨਾਂ ਨੇ ਦਿੱਲੀ ਦੇ ਬਾਕੀ ਪੁਲਿਸ ਅਫਸਰਾਂ ਵਾਂਗ ਸਿੱਖਾਂ ਨੂੰ ਨਿਹੱਥਾ ਨਹੀਂ ਕੀਤਾ, ਬਲਕਿ ਉਹਨਾਂ ਨੂੰ ਕਿਹਾ ਕਿ ਗੁਰਦੁਆਰੇ ਦੇ ਅੰਦਰ ਚਲੇ ਜਾਓ ਤੇ ਗੁਰਦੁਆਰੇ ਦੀ ਹਿਫਾਜ਼ਤ ਉਹ ਕਰਨਗੇ। ਸਿੱਖ ਉਹਨਾਂ ਦੇ ਬਾਰ-ਬਾਰ ਵਿਸ਼ਵਾਸ ਦਿਵਾਉਣ ਤੇ ਅੰਦਰ ਚਲੇ ਗਏ। ਜਿਵੇਂ ਹੀ ਸਿੱਖ ਅੰਦਰ ਗਏ, ਭੀੜ ਨੂੰ ਲੱਗਾ ਕਿ ਪੁਲਿਸ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੇ ਪਥਰਾਓ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਪੂਰੀ ਦਿੱਲੀ ਵਿੱਚ ਪੁਲਿਸ ਇਸੇ ਤਰ੍ਹਾਂ ਸਿੱਖਾਂ ਨੂੰ ਨਿਹੱਥਿਆਂ ਕਰਕੇ ਵੱਖ-ਵੱਖ ਜਾਂ ਘਰਾਂ ਦੇ ਅੰਦਰ ਕਰ ਦਿੰਦੀ ਸੀ ਤੇ ਉਸ ਦੇ ਬਾਅਦ ਦੰਗਾਈ ਹਮਲਾ ਕਰਦੇ ਸੀ।
ਇਸ ਲਈ ਇੱਥੇ ਵੀ ਐਵੇਂ ਹੀ ਸਮਝਿਆ ਗਿਆ, ਪਰ ਇੱਥੇ ਪੁਲਿਸ ਨੇ ਭੀੜ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ ਤੇ ਪਰੇ ਕਰਦੇ ਹੋਏ ਟਾਊਨ ਹਾਲ ਤੱਕ ਲੈ ਗਏ। ਪਤਾ ਲੱਗਾ ਕਿ ਦੰਗਾਈ ਦੂਜੇ ਪਾਸਿਓਂ ਆ ਚੁੱਕੇ ਹਨ ਤੇ ਉਹਨਾਂ ਨੇ ਗੁਰਦੁਆਰਾ ਸੀਸਗੰਜ ਨਾਲ ਲੱਗਦੀਆਂ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾਉਣਾ ਤੇ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਪਰੇਰਾ ਪਰਤੇ ਤਾਂ ਵੇਖਿਆ ਕਿ ਇੱਕ ਸਿੱਖ ਦੀ ਅੰਮ੍ਰਿਤਵਾਚ ਕੰਪਨੀ ਵਿੱਚ ਅੱਗ ਲਾਈ ਗਈ ਹੈ। ਪਰੇਰਾ ਨੇ ਫੌਰਨ ਹਿੰਸਕ ਹੋ ਚੁੱਕੀ ਭੀੜ ਤੇ ਫਾਇਰਿੰਗ ਦਾ ਹੁਕਮ ਦੇ ਦਿੱਤਾ। ਇਹ ਪੂਰੀ ਦਿੱਲੀ ਵਿੱਚ ਦੰਗਾਈਆਂ ਦੇ ਵਿਰੁੱਧ ਫਾਇਰਿੰਗ ਦਾ ਇਕੱਲਾ ਆਰਡਰ ਸੀ। ਕਾਂਸਟੇਬਲ ਸ਼ਿਵ ਪਰਸਨ ਨੇ ਫਾਇਰ ਕੀਤਾ ਤੇ ਇੱਕ ਦੰਗਾਈ ਇਸ ਗੋਲੀ ਦਾ ਸ਼ਿਕਾਰ ਹੋ ਗਿਆ। ਕਾਨੂੰਨ ਤੇ ਵਿਵਸਥਾ ਨੂੰ ਸਰਬ ਉੱਚ ਬਣਾਏ ਰੱਖਣ ਲਈ ਪਰੇਰਾ ਨੇ ਉਸੇ ਵਕਤ ਸ਼ਿਵ ਪਰਸਨ ਲਈ 200 ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਪਰੇਰਾ ਦੇ ਇਸ ਕਦਮ ਨਾਲ ਭੀੜ ਨੇ ਉੱਥੋਂ ਨਿਕਲਣ ਵਿੱਚ ਹੀ ਭਲਾਈ ਸਮਝੀ ਤੇ ਹਿੰਦੁਸਤਾਨ ਇੱਕ ਅਜਿਹੇ ਦਾਗ ਤੋਂ ਬਚ ਗਿਆ ਜੋ ਇਤਿਹਾਸ ਨੂੰ ਕਿਧਰੇ ਨਾ ਕਿਧਰੇ ਬਹੁਤ ਕਲੰਕਿਤ ਕਰਦਾ। ਕੁਸਮ ਲੱਤਾ ਮਿੱਤਲ ਨੇ ਜਦੋਂ ਪੁਲਿਸ ਦੀ ਭੂਮਿਕਾ ਤੇ ਜਾਂਚ ਦੀ ਰਿਪੋਰਟ ਦਿੱਤੀ ਤਾਂ ਪਰੇਰਾ ਨੂੰ ਸ਼ਾਬਾਸ਼ੀ ਦਿੰਦੇ ਹੋਏ ਲਿਖਿਆ ਸੀ ਕਿ ਉਸ ਵਕਤ ਸਹੀ ਕਦਮ ਚੁੱਕੇ ਜਾਣ ਕਰਕੇ ਹੀ ਭੀੜ ਉੱਥੋਂ ਭੱਜ ਗਈ ਤੇ ਜੇਕਰ ਪੂਰੀ ਦਿੱਲੀ ਵਿੱਚ ਪੁਲਿਸ ਨੇ ਇਸੇ ਤਰ੍ਹਾਂ ਜ਼ਰਾ ਵੀ ਤਾਕਤ ਦੀ ਵਰਤੋਂ ਕੀਤੀ ਹੁੰਦੀ ਤਾਂ ਸੰਭਵ ਹੈ ਕਿ ਕਤਲੇਆਮ ਨਹੀਂ ਹੁੰਦਾ। ਗੁਰਦੁਆਰਾ ਸੀਸਗੰਜ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕਲਮ ਕੀਤਾ ਗਿਆ ਸੀ। ਇਸ ਅਤਿਆਚਾਰ ਦੇ ਬਾਅਦ ਬਹੁਤ ਤੇਜ਼ ਹਨੇਰੀ ਆਈ ਅਤੇ ਤਮਾਸ਼ਬੀਨ ਤੇ ਅਤਿਆਚਾਰੀ ਤਿੱਤਰ ਬਿੱਤਰ ਹੋ ਗਏ। ਇਸੇ ਮੌਕੇ ਦਾ ਫਾਇਦਾ ਚੁੱਕਦਿਆਂ ਭਾਈ ਜੈਤਾ ਜੀ ਗੁਰੂ ਦਾ ਸੀਸ ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਲੈ ਗਏ ਅਤੇ ਭਾਈ ਲੱਖੀ ਸ਼ਾਹ ਬਣਜ਼ਾਰਾ ਜੋ ਕਿ ਵਪਾਰ ਕਰਦਾ ਸੀ ਗੁਰੂ ਸਾਹਿਬ ਦੇ ਧੜ ਨੂੰ ਚੁੱਕ ਕੇ ਰਕਾਬਗੰਜ ਲੈ ਆਇਆ। ਉਸਨੇ ਆਪਣੇ ਘਰ ਵਿੱਚ ਗੁਰੂ ਜੀ ਦੀ ਚਿਤਾ ਸਜਾ ਕੇ ਘਰ ਨੂੰ ਅੱਗ ਲਾ ਦਿੱਤੀ ਸੀ। ਇੱਥੇ ਹੁਣ ਗੁਰਦੁਆਰਾ ਰਕਾਬਗੰਜ ਸਾਹਿਬ ਮੌਜੂਦ ਹੈ। ਜਦੋਂ ਅੰਗਰੇਜ਼ ਸਰਕਾਰ ਨੇ ਰਾਇਸੀਨਾ ਹਿਲਸ ਤੇ ਸੰਸਦ ਭਵਨ, ਰਾਸ਼ਟਰਪਤੀ ਭਵਨ ਤੇ ਸੈਂਟਰਲ ਸੈਕਟਰੀਏਟ ਬਣਾਉਣ ਦੀ ਗੱਲ ਸੋਚੀ ਤਾਂ ਗੁਰਦੁਆਰੇ ਦੀ ਜ਼ਮੀਨ ਤੇ ਜਬਰਨ ਕਬਜ਼ਾ ਕਰ ਲਿਆ ਸੀ। ਉਹ ਗੁਰਦੁਆਰੇ ਦੀ ਦੀਵਾਰ ਨੂੰ ਡੇਗ ਰਹੇ ਸੀ ਤਾਂ ਸਿੱਖਾਂ ਨੇ ਇਸ ਦੇ ਖਿਲਾਫ ਜ਼ਬਰਦਸਤ ਮੋਰਚਾ ਲਾਇਆ ਤੇ ਗ੍ਰਿਫਤਾਰੀਆਂ ਦਿੱਤੀਆਂ। ਇਸ ਲਹਿਰ ਨੇ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਤੇ ਉਸ ਨੇ ਦੀਵਾਰ ਨੂੰ ਡੇਗਣ ਦਾ ਫੈਸਲਾ ਵਾਪਸ ਲੈ ਲਿਆ ਸੀ। ਹੁਣ 1 ਨਵੰਬਰ 1984 ਨੂੰ ਬਲੀਦਾਨ ਦੇ ਇਸੇ ਇੱਕ ਹੋਰ ਪ੍ਰਤੀਕ ਦੇ ਬਾਹਰ 2 ਤੋਂ 4 ਹਜ਼ਾਰ ਦੰਗਾਈਆਂ ਦੀ ਭੀੜ ਇਸ ਨੂੰ ਡੇਗਣ ਲਈ ਖੜੀ ਸੀ। 5 ਘੰਟਿਆਂ ਤੱਕ ਇਹ ਭੀੜ ਇੱਥੇ ਰਹੀ। ਗੁਰਦੁਆਰੇ ਤੇ ਹਮਲਾ ਕੀਤਾ ਪਰ ਮੁੱਖ ਦਰਵਾਜ਼ਾ ਮਜ਼ਬੂਤ ਹੋਣ ਕਰਕੇ ਅੰਦਰ ਦਾਖਲ ਨਹੀਂ ਹੋ ਸਕੀ। ਨਾਨਾਵਟੀ ਕਮਿਸ਼ਨ ਵਿੱਚ ਆਏ ਹਲਫਨਾਮੇ ਦੱਸਦੇ ਹਨ ਕਿ ਕਾਂਗਰਸ ਦੇ ਵੱਡੇ ਆਗੂ ਕਮਲਨਾਥ ਇਸ ਵਿੱਚ ਮੌਜੂਦ ਸੀ। ਇੱਥੋਂ ਤੱਕ ਕਿ ਪੁਲਿਸ ਕਮਿਸ਼ਨਰ ਸੁਭਾਸ਼ ਟੰਡਨ ਤੇ ਐਡੀਸ਼ਨਲ ਪੁਲਿਸ ਕਮਿਸ਼ਨਰ ਗੌਤਮ ਕੌਲ ਵੀ ਇੱਥੇ ਹੀ ਸਨ। ਲੇਕਿਨ ਮੈਕਸਵੈਲ ਪਰੇਰਾ ਵਾਂਗ ਇਹਨਾਂ ਨੇ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਨਾਨਾਵਟੀ ਕਮਿਸ਼ਨ ਨੂੰ ਦਿੱਤਾ ਗਿਆ ਮੁਖਤਿਆਰ ਸਿੰਘ ਦਾ ਹਲਫਨਾਮਾ ਦੱਸਦਾ ਹੈ ਕਿ ਸਵੇਰੇ ਤਕਰੀਬਨ 11 ਵਜੇ ਗੁਰਦੁਆਰੇ ਉੱਤੇ ਭਾਰੀ ਭੀੜ ਨੇ ਹਮਲਾ ਕੀਤਾ। ਇਹ ਲੋਕ ਸਿੱਖ ਵਿਰੋਧੀ ਨਾਅਰੇ ਲਾ ਰਹੇ ਸੀ। ਹਮਲਾ ਤਕਰੀਬਨ ਅੱਧੇ ਘੰਟੇ ਤੱਕ ਚੱਲਿਆ ਪਰ ਉੱਥੇ ਮੌਜੂਦ ਪੁਲਿਸ ਨੇ ਕੁਝ ਵੀ ਨਹੀਂ ਕੀਤਾ। ਭੀੜ ਜਦੋਂ ਗੁਰਦੁਆਰੇ ਦੇ ਅੰਦਰ ਆ ਗਈ ਤਾਂ ਸੇਵਾਦਾਰਾਂ ਤੇ ਸ਼ਰਧਾਲੂਆਂ ਨੇ ਮਿਲ ਕੇ ਉਸ ਨੂੰ ਬਾਹਰ ਵੱਲ ਧੱਕ ਦਿੱਤਾ। ਇਸ ਦੇ ਬਾਅਦ ਹੀ ਇੱਕ ਬਜ਼ੁਰਗ ਸਿੱਖ ਨੇ ਹੱਥ ਜੋੜ ਕੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਫੜ ਕੇ ਦੰਗਾਈਆਂ ਨੇ ਅੱਗ ਲਾ ਦਿੱਤੀ। ਪੁੱਤਰ ਬਚਾਉਣ ਗਿਆ ਤਾਂ ਉਸ ਨੂੰ ਵੀ ਅੱਗ ਲਾ ਦਿੱਤੀ। ਬਜ਼ੁਰਗ ਦੀ ਤਾਂ ਉਸੇ ਸਮੇਂ ਮੌਤ ਹੋ ਗਈ ਪਰ ਪੁੱਤਰ ਦੇ ਸਾਹ ਅਜੇ ਬਾਕੀ ਸਨ। ਸੇਵਾਦਾਰ ਉਸ ਨੂੰ ਅੰਦਰ ਲੈ ਆਏ। ਪੁਲਿਸ ਨੂੰ ਬੇਨਤੀ ਕੀਤੀ ਗਈ ਕਿ ਉਸ ਨੂੰ ਹਸਪਤਾਲ ਪਹੁੰਚਾ ਦੇਣ, ਪਰ ਖੁਦ ਹਿੰਸਕ ਤੇ ਦੰਗਾਈ ਮਾਨਸਿਕਤਾ ਨਾਲ ਭਰ ਚੁੱਕੀ ਪੁਲਿਸ ਨੂੰ ਹਸਪਤਾਲ ਲਈ ਬੇਨਤੀ ਕਰਨਾ ਜਿਵੇਂ ਅਸਮਾਨ ਤੋਂ ਤਾਰੇ ਤੋੜਨ ਵਰਗੀ ਮੰਗ ਸੀ। ਉਹ ਨੌਜਵਾਨ ਵੀ ਆਪਣੇ ਜ਼ਖਮਾਂ ਦੀ ਤਾਬ ਨਾ ਝੱਲ ਸਕਿਆ ਤੇ 2-3 ਘੰਟਿਆਂ ਬਾਅਦ ਦਮ ਤੋੜ ਗਿਆ। ਇਹ ਭੀੜ ਤੀਨ ਮੂਰਤੀ ਵਿੱਚ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਪ੍ਰਤੀ ਸਨਮਾਨ ਜਤਾ ਕੇ ਪਰਤ ਰਹੀ ਸੀ। ਮੁਖਤਿਆਰ ਸਿੰਘ ਦੀ ਮੰਨੀਏ ਤਾਂ ਕਾਂਗਰਸੀ ਨੇਤਾਵਾਂ ਦੀ ਹਮਾਇਤ ਤੇ ਹੀ ਪੁਲਿਸ ਨੇ ਗੁਰਦੁਆਰੇ ਦੇ ਵੱਲ ਕਈ ਰਾਉਂਡ ਗੋਲੀਆਂ ਚਲਾਈਆਂ। ਇੱਥੋਂ ਤੱਕ ਕਿ SI ਹੁਸ਼ਿਆਰ ਸਿੰਘ ਨੇ
ਇੱਕ ਦੰਗਾਈ ਨੂੰ ਆਪਣੀ ਸਰਵਿਸ ਰਿਵਾਲਵਰ ਖੁਦ ਦੇ ਕੇ ਗੋਲੀਆਂ ਚਲਾਉਣ ਲਈ ਕਿਹਾ। ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਸੰਜੇ ਸੂਰੀ ਉੱਥੇ ਮੌਜੂਦ ਸੀ ਤੇ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅਗਲੇ ਦਿਨ ਅਖਬਾਰ ਵਿੱਚ ਰਿਪੋਰਟ ਵੀ ਕੀਤਾ। ਨਾਨਾਵਟੀ ਕਮਿਸ਼ਨ ਨੂੰ ਦਿੱਤਾ ਗਿਆ ਉਹਨਾਂ ਦਾ ਹਲਫਨਾਮਾ ਕਹਿੰਦਾ ਹੈ ਕਿ ਉੱਥੇ ਭੀੜ ਨੂੰ ਕਮਲਨਾਥ ਨਿਯੰਤਰਿਤ ਕਰ ਰਿਹਾ ਸੀ। ਕਮਲਨਾਥ ਇਸ ਭੀੜ ਦੇ ਨਾਲ 2 ਘੰਟੇ ਤੱਕ ਇੱਥੇ ਹੀ ਰਿਹਾ। ਸੰਜੇ ਸੂਰੀ ਤੇ ਪੁਲਿਸ ਕਮਿਸ਼ਨਰ ਟੰਡਨ ਨੇ ਵੀ ਮੰਨਿਆ ਹੈ ਕਿ ਕਮਲਨਾਥ ਉੱਥੇ ਮੌਜੂਦ ਸੀ। ਇਸ ਲਈ ਨਾਨਾਵਟੀ ਕਮਿਸ਼ਨ ਨੇ ਕਮਲਨਾਥ ਤੋਂ ਜਵਾਬ ਮੰਗਿਆ। ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕਮਲਨਾਥ ਸੰਤੋਖਜਨਕ ਜਵਾਬ ਨਹੀਂ ਦੇ ਸਕੇ ਕਿ ਉਹ ਉਸ ਵਕਤ ਭੀੜ ਨਾਲ ਇੰਨੀ ਦੇਰ ਤੱਕ ਕੀ ਕਰ ਰਹੇ ਸੀ। ਕਮਿਸ਼ਨ ਨੇ ਇਸ ਗੱਲ ਤੇ ਵੀ ਹੈਰਾਨੀ ਪ੍ਰਗਟਾਈ ਕਿ ਅਖੀਰ ਉਹ ਪੁਲਿਸ ਨਾਲ ਗੱਲ ਕੀਤੇ ਬਿਨਾਂ ਉੱਥੋਂ ਫਿਰ ਨਿਕਲ ਕਿਵੇਂ ਗਏ। ਦਰਵਾਜ਼ੇ ਮਜ਼ਬੂਤ ਹੋਣ ਕਰਕੇ ਗੁਰਦੁਆਰੇ ਦੀ ਇਮਾਰਤਾਂ ਬਚ ਗਈ, ਪਰ ਗੁਰਦੁਆਰਾ ਰਕਾਬਗੰਜ ਤੇ ਹਮਲਾ ਇਤਿਹਾਸ ਨੂੰ ਦਾਗਦਾਰ ਕਰ ਚੁੱਕਾ ਹੈ। ਹਿੰਦੂ ਧਰਮ ਨੂੰ ਜਬਰਨ ਧਰਮ ਤਬਦੀਲੀ ਤੋਂ ਬਚਾਉਣ ਲਈ ਬਲੀਦਾਨ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਤੇ ਉਹਨਾਂ ਦੇ ਸੰਸਕਾਰ ਦੇ ਅਸਥਾਨ ਰਕਾਬਗੰਜ ਦੇ ਇਤਿਹਾਸਕ ਗੁਰਦੁਆਰਿਆਂ ਸਮੇਤ ਸੈਂਕੜੇ ਗੁਰਦੁਆਰਿਆਂ ਤੇ ਹਮਲਾ ਹੋਇਆ। 131 ਗੁਰਦੁਆਰਿਆਂ ਦੀ ਮੁਰੰਮਤ ਦਾ ਦਾਅਵਾ ਤਾਂ ਦਿੱਲੀ ਵਿਕਾਸ ਪ੍ਰਾਧਿਕਰਨ ਨੇ ਖੁਦ ਕੀਤਾ ਹੈ। ਰੰਗਨਾਥ ਮਿਸ਼ਰਾ ਕਮਿਸ਼ਨ ਨੂੰ ਭੇਜੀ ਜਾਣਕਾਰੀ ਵਿੱਚ DDA ਨੇ ਇਹ ਗੱਲ ਦੱਸੀ ਹੈ। ਇਨ੍ਹਾਂ ਹਮਲਿਆਂ ਨੂੰ ਮਹਿਮੂਦ ਗਜ਼ਨੀ ਦੇ ਹਮਲਿਆਂ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਜੇਕਰ ਉਹਨਾਂ ਨੇ ਉੱਥੇ ਆ ਕੇ ਮੰਦਰਾਂ ਨੂੰ ਤੋੜਿਆ ਤਾਂ ਇੱਥੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਨਸ਼ਟ ਕਰਨ ਦਾ ਨਾ ਖਿਮਾਯੋਗ ਅਪਰਾਧ ਹੋਇਆ। ਇੱਜ਼ਤ ਤਾਰ-ਤਾਰ। ਘਰ ਦੇ 10 ਬੰਦਿਆਂ ਨੂੰ ਦੰਗਾਈ ਜਿਉਂਦਾ ਸਾੜ ਚੁੱਕੇ ਸਨ। ਮੁਹੱਲੇ ਵਿੱਚ ਅੱਧੇ ਘੰਟੇ ਦੇ ਅੰਦਰ 500 ਔਰਤਾਂ ਵਿਧਵਾ ਹੋ ਗਈਆਂ। ਆਪਣੇ ਸੁਹਾਗ ਆਪਣੀਆਂ ਅੱਖਾਂ ਨਾਲ ਤੜਫ ਤੜਫ ਕੇ ਉਜੜਦੇ ਵੇਖੇ। ਜਿਸ ਸਰਦਾਰ ਜੀ ਨੂੰ ਵੇਖ ਵੇਖ ਕੇ ਜਿਉਂਦੀਆਂ ਸੀ, ਉਹਨਾਂ ਨੂੰ ਵੇਖਦਿਆਂ ਹੀ ਵੇਖਦਿਆਂ ਜਿਉਂਦਿਆਂ ਸਾੜ ਦਿੱਤਾ ਗਿਆ। ਪਰ ਇਸ ਅਨਰਥ ਦੇ ਬਾਅਦ ਵੀ ਅਨਾਥ ਬੱਚਿਆਂ ਨੂੰ ਗੋਦ ਵਿੱਚ ਚੁੱਕੀ ਤਰਲੋਕਪੁਰੀ ਦੇ 32 ਬਲਾਕ ਵਿੱਚ ਸਿਮਟੀ ਬੈਠੀਆਂ ਇਹਨਾਂ ਅਬਲਾਵਾਂ ਉੱਤੇ ਅਜੇ ਹੋਰ ਕਹਿਰ ਵਰਸਣਾ ਬਾਕੀ ਸੀ। ਸਵੇਰੇ ਅੱਖਾਂ ਦੇ ਸਾਹਮਣੇ ਆਪਣੇ ਪਤੀ ਤੇ ਪਰਿਵਾਰ ਦੇ 10 ਜੀਆਂ ਨੂੰ ਦੰਗਾਈਆਂ ਦੇ ਹੱਥਾਂ ਨਾਲ ਕੱਟਦੇ ਮਰਦੇ ਵੇਖਿਆ ਸੀ ਤੇ ਹੁਣ ਰਾਤ ਨੂੰ ਇਹੀ ਕਮੀਨੇ ਸਾਡੀ ਇੱਜ਼ਤ ਲੁੱਟਣ ਆ ਗਏ ਸੀ। ਇਹ ਕਹਿੰਦੇ ਹੋਏ ਭਾਗੀ ਕੌਰ ਦੇ ਅੰਦਰ ਜਿਵੇਂ ਜਵਾਲਾਮੁਖੀ ਫਟਣ ਲੱਗ ਪੈਂਦਾ ਹੈ। ਦਰਿੰਦਿਆਂ ਨੇ ਸਾਰੀਆਂ ਔਰਤਾਂ ਨੂੰ ਨੰਗੀਆਂ ਕਰ ਦਿੱਤਾ। ਅਸੀਂ ਮਜਬੂਰ ਅਸਹਾਏ ਔਰਤਾਂ ਦੇ ਨਾਲ ਕਿੰਨੇ ਲੋਕਾਂ ਨੇ ਬਲਾਤਕਾਰ ਕੀਤਾ ਯਾਦ ਨਹੀਂ ਹੈ। ਔਰਤਾਂ ਬੇਹੋਸ਼ ਹੋ ਗਈਆਂ ਸੀ। ਸ਼ਰਾਬ ਦੇ ਨਸ਼ੇ ਵਿੱਚ ਚੂਰ ਕਮੀਨੇ ਆਪਣੀ ਹਵਸ ਪੂਰੀ ਕਰਦੇ ਰਹੇ। ਇਹਨਾਂ ਕਮੀਨਿਆਂ ਨੇ ਕਿਸੇ ਔਰਤ ਨੂੰ ਪੂਰੀ ਰਾਤ ਕੱਪੜਾ ਤੱਕ ਨਹੀਂ ਪਾਉਣ ਦਿੱਤਾ। ਇਹ ਕਹਿੰਦੇ ਹੋਏ ਉਹ ਫਫਕਣ ਲੱਗ ਪੈਂਦੀ ਹੈ। ਨਾਲ ਬੈਠੀ ਗੋਪੀ ਕੌਰ ਵੀ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਉਸ ਮੰਜ਼ਰ ਨੂੰ ਚੇਤੇ ਕਰਦੀ ਹੈ ਤਾਂ ਚੁੰਨੀ ਉਹਨਾਂ ਹੰਝੂਆਂ ਨੂੰ ਪੂੰਝਣ ਲਈ ਘੱਟ ਪੈ ਜਾਂਦੀ ਹੈ। ਕਿਸੇ ਨੂੰ ਨਹੀਂ ਬਖਸ਼ਿਆ, ਭਾਵੇਂ ਕੋਈ ਬੁੱਢੀ ਹੈ ਜਾਂ ਛੋਟੀ ਬੱਚੀ। ਸ਼ਾਇਦ ਸੈਂਕੜੇ ਕਮੀਨਿਆਂ ਨੇ ਆਪਣੀ ਹਵਸ ਪੂਰੀ ਕੀਤੀ ਹੋਵੇਗੀ। ਹੈਵਾਨੀਅਤ ਦਾ ਉਹ ਨੰਗਾ ਨਾਚ ਇਹ ਵਿਧਵਾਵਾਂ ਕਦੇ ਨਹੀਂ ਭੁੱਲ ਸਕਦੀਆਂ। ਜਦੋਂ ਕੋਈ 1984 ਨੂੰ ਭੁੱਲਣ ਦੀ ਗੱਲ ਕਰਦਾ ਹੈ ਤਾਂ ਇਹਨਾਂ ਦੇ ਤਨ ਮਨ ਵਿੱਚ ਅੱਗ ਲੱਗ ਜਾਂਦੀ ਹੈ। ਇੰਨਾ ਬੇਬਸ ਤੇ ਲਾਚਾਰ ਹੋ ਚੁੱਕੀਆਂ ਸੀ ਕਿ ਚੀਖਾਂ ਮਾਰਨ ਦੀ ਹਿੰਮਤ ਵੀ ਜਵਾਬ ਦੇ ਗਈ। ਚੀਖਾਂ ਮਾਰ ਕੇ ਬੁਲਾਉਂਦੀਆਂ ਵੀ ਤਾਂ ਕਿਸ ਨੂੰ। ਪੂਰੇ ਸਿੱਖ ਮੁਹੱਲੇ ਵਿੱਚ 500 ਬੰਦਿਆਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ। ਜਿਸ ਔਰਤ ਨੇ ਹੱਥ ਪੈਰ ਜੋੜ ਕੇ ਛੱਡ ਦੇਣ ਦੀ ਫਰਿਆਦ ਕੀਤੀ ਤਾਂ ਕਹਿੰਦੇ ਹੁਣ ਆਦਮੀ ਤਾਂ ਰਹੇ ਨਹੀਂ, ਕਿਸ ਤੋਂ ਸ਼ਰਮ ਕਰਦੀ ਹੈ। ਵਿਰੋਧ ਕਰਨ ਉੱਤੇ ਕਹਿੰਦੇ ਕਿ ਨੰਗੀ ਭੱਜ ਕੇ ਕਿੱਥੇ ਜਾਏਂਗੇ। ਜੇਕਰ ਕੋਸ਼ਿਸ਼ ਵੀ ਕੀਤੀ ਤਾਂ ਤੁਹਾਡੀ ਛਾਤੀ ਕੱਟ ਕੇ ਛੱਡ ਦੇਵਾਂਗੇ। ਇਨਸਾਨੀਅਤ ਸ਼ਾਇਦ ਇਸ ਤੋਂ ਹੇਠਾਂ ਨਹੀਂ ਡਿੱਗ ਸਕਦੀ। ਅਗਲੇ ਦਿਨ ਬਚੀਆਂ ਹੋਈਆਂ ਬੇਇੱਜ਼ਤ ਔਰਤਾਂ ਨੇ ਸਿਰਫ ਪਤਲੀਆਂ ਪਤਲੀਆਂ ਚਾਦਰਾਂ ਲਪੇਟੇ ਘਰ ਛੱਡਿਆ, ਕੱਪੜੇ ਸਾੜ ਜੂ ਦਿੱਤੇ ਸੀ। ਭਾਗੀ ਕੌਰ ਦੱਸਦੀ ਹੈ ਕਿ ਅਸੀਂ ਤਾਂ ਇਹੀ ਸਿੱਖ ਇਤਿਹਾਸ ਸੁਣਦੇ ਹੋਏ ਵੱਡੇ ਹੋਏ ਸੀ ਕਿ ਕਿਵੇਂ ਸਿੱਖ ਦੂਜਿਆਂ ਦੀਆਂ ਨੂੰਹਾਂ ਧੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੰਦੇ ਰਹੇ। ਕਿਵੇਂ ਅਹਿਮਦ ਸ਼ਾਹ ਅਬਦਾਲੀ ਦੇ ਸੈਨਿਕ ਕਾਫਲੇ ਉੱਤੇ ਹਮਲਾ ਕਰਕੇ ਬੰਦੀ ਬਣਾ ਕੇ
ਲੈ ਜਾਈਆਂ ਜਾ ਰਹੀਆਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬਚਾਇਆ ਕਰਦੇ ਸੀ, ਤਾਂ ਕਿ ਇਹ ਜ਼ੁਲਮੀ ਇਹਨਾਂ ਨੂੰ ਕਾਬਲ ਕੰਧਾਰ ਦੇ ਬਾਜ਼ਾਰਾਂ ਵਿੱਚ 2-2 ਟਕੇ ਵਿੱਚ ਨਾ ਵੇਚ ਦੇਵੇ। ਕਿਵੇਂ ਇਹ ਗੱਲਾਂ ਸੁਣਦੇ ਹੋਏ ਵੱਡੇ ਹੋਏ ਸੀ ਕਿ ਪਹਿਲਾਂ ਜੇਕਰ ਕੋਈ ਰੇਲ ਦੇ ਡੱਬੇ ਜਾਂ ਬੱਸ ਵਿੱਚ ਸਿੱਖ ਚੜ੍ਹ ਜਾਵੇ ਤਾਂ ਔਰਤਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗਦੀਆਂ ਸੀ। ਪਰ ਅੱਜ ਇਹ ਕੀ ਹੋ ਗਿਆ ਹੈ? ਇਸੇ ਦੇਸ਼ ਦੀ ਰਾਜਧਾਨੀ ਵਿੱਚ ਸਿੱਖਾਂ ਦੀ ਅਸਹਾਏ ਅਬਲਾਵਾਂ ਨਾਲ ਸਾਰੀ ਰਾਤ ਕੁਕਰਮ ਹੁੰਦਾ ਰਿਹਾ। ਧਰਤੀ ਕਿਉਂ ਨਹੀਂ ਫਟ ਗਈ? ਹਮਲਾਵਰ ਬਾਬਰ ਦੇ ਜ਼ੁਲਮ ਵੇਖ ਕੇ ਤਾਂ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਸੀ, ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਪਰ ਇੱਥੇ ਤਾਂ ਕਿਸੇ ਨੇ ਆਹ ਦੀ ਆਵਾਜ਼ ਤੱਕ ਨਹੀਂ ਮਾਰੀ। ਇੰਨੇ ਵੱਡੇ ਜ਼ੁਲਮ ਦੇ ਬਾਅਦ ਵੀ ਆਲੇ ਦੁਆਲੇ ਸ਼ਮਸ਼ਾਨ ਵਾਂਗੂ ਸ਼ਾਂਤੀ ਬਣੀ ਹੋਈ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੀਡੀਆ ਚੁੱਪ ਸੀ ਅਤੇ ਟੀਵੀ ਤੇ ਸਿਰਫ ਇੰਦਰਾ ਗਾਂਧੀ ਦੇ ਮਰਨ ਉੱਤੇ ਸ਼ੋਕ ਸੰਦੇਸ਼ ਹੀ ਆ ਰਹੇ ਸੀ। 3000 ਨਿਰਦੋਸ਼ ਸਿੱਖ ਰਾਜਧਾਨੀ ਵਿੱਚ ਹੀ ਕਤਲ ਹੋ ਗਏ ਅਤੇ ਖਬਰ ਤੱਕ ਨਹੀਂ ਕਿ ਲੋਕਤੰਤਰ ਦਾ ਇਹ ਚੌਥਾ ਥੰਮ ਸੱਤਾ ਦਾ ਗੁਲਾਮ ਹੋ ਗਿਆ ਸੀ, ਜਾਂ ਇਸ ਨੇ ਵੀ ਮੰਨ ਲਿਆ ਸੀ ਕਿ ਸਿੱਖਾਂ ਦੇ ਨਾਲ ਠੀਕ ਹੋ ਰਿਹਾ ਹੈ। ਇਹ ਤਾਂ ਇੰਡੀਅਨ ਐਕਸਪ੍ਰੈਸ ਤੇ ਰਾਹੁਲ ਬੇਦੀ ਸੰਜੋਗ ਨਾਲ 32 ਬਲਾਕ ਤਰਲੋਕਪੁਰੀ ਪਹੁੰਚੇ ਤਾਂ ਪਹਿਲੀ ਖਬਰ ਆਈ। ਹਾਲਾਂਕਿ ਪੁਲਿਸ ਨੇ ਰਾਹ ਵਿੱਚ ਇਹਨਾਂ ਨੂੰ ਵਾਪਸ ਜਾਣ ਅਤੇ ਉੱਥੇ ਪੂਰਨ ਸ਼ਾਂਤੀ ਹੋਣ ਦੀ ਗੱਲ ਕਹੀ ਸੀ। ਭਾਗੀ ਕੌਰ ਦੱਸਦੀ ਹੈ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਟੀਵੀ ਉੱਤੇ ਲਗਾਤਾਰ ਖੂਨ ਦਾ ਬਦਲਾ ਖੂਨ ਤੇ ਸਰਦਾਰੋਂ ਕੋ ਮਾਰੋ ਜਿਹੇ ਨਾਅਰੇ ਲੱਗ ਰਹੇ ਸੀ। ਘਬਰਾ ਕੇ ਭਰਾ ਇੰਦਰ ਸਿੰਘ ਤੋਂ ਪੁੱਛਿਆ, ਵੀਰ ਜੀ ਇਹ ਕੀ ਹੋ ਰਿਹਾ ਹੈ? ਉਹਨਾਂ ਨੇ ਕਿਹਾ, ਜੋ ਕਿਸਮਤ ਵਿੱਚ ਹੋਵੇਗਾ ਵੇਖਿਆ ਜਾਵੇਗਾ। ਪੂਰਾ ਬਲਾਕ ਸਿੱਖਾਂ ਦਾ ਸੀ ਤੇ ਜਦੋਂ 400-500 ਸਿੱਖ ਇਕੱਠੇ ਹੋਣ ਤਾਂ ਕੀ ਮਜਾਲ ਕਿ ਕੋਈ ਟੇਢੀ ਨਜ਼ਰ ਨਾਲ ਵੀ ਵੇਖ ਜਾਵੇ। ਪਰ ਇੰਨੇ ਵਿੱਚ ਮਹੱਲੇ ਦੇ ਬਾਹਰ ਭੀੜ ਵਧਣ ਲੱਗੀ ਤੇ ਪੱਥਰਾਂ ਦੀ ਵਰਖਾ ਸ਼ੁਰੂ ਹੋ ਗਈ। ਪੱਥਰ ਇੰਨੇ ਜ਼ਿਆਦਾ ਸੀ ਕਿ ਉਹਨਾਂ ਨੂੰ ਮੰਜੀਆਂ ਨਾਲ ਰੋਕਣਾ ਪਿਆ। ਫਿਰ ਪਤਾ ਲੱਗਾ 3-4 ਸਿੱਖ ਜੋ ਮਹੱਲੇ ਤੋਂ ਥੋੜਾ ਦੂਰ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ। ਸਾਰਿਆਂ ਨੇ ਤੁਰੰਤ ਫੈਸਲਾ ਕੀਤਾ ਕਿ ਇੰਦਰ ਸਿੰਘ ਦੇ ਘਰ ਇਕੱਠੇ ਹੋ ਜਾਈਏ। ਦੰਗਾਈਆਂ ਤੋਂ ਬਚਣ ਲਈ ਮੁਕਾਬਲਾ ਸ਼ੁਰੂ ਹੋ ਗਿਆ ਸੀ। ਪਰ ਹੁਣ ਉਹ ਪੁਲਿਸ ਆ ਗਈ ਜੋ ਸਵੇਰ ਤੋਂ ਨਜ਼ਰ ਨਹੀਂ ਆ ਰਹੀ ਸੀ। ਪੁਲਿਸ ਆਈ ਤਾਂ ਲੱਗਾ ਕਿ ਹੁਣ ਗੱਲ ਬਣ ਜਾਏਗੀ। ਪੁਲਿਸ ਇਸ ਹਿੰਸਕ ਭੀੜ ਨੂੰ ਤਾਂ ਇੱਥੋਂ ਹਟਾਏਗੀ, ਪਰ ਕੀ ਪਤਾ ਸੀ ਕਿ ਕਾਨੂੰਨ ਦੇ ਰਖਵਾਲੇ ਹੀ ਜਾਨ ਦੇ ਦੁਸ਼ਮਣ ਬਣ ਚੁੱਕੇ ਹਨ। ਹੁਣ SHO ਸ਼ੂਰਵੀਰ ਸਿੰਘ ਤਿਆਗੀ ਤੇ ਚੌਂਕੀ ਇੰਚਾਰਜ ਸ਼ਰਮਾ ਆਏ ਤੇ ਕਹਿਣ ਲੱਗੇ, ਤੁਸੀਂ ਲੋਕ ਇਕੱਠੇ ਨਾ ਹੋਵੋ, ਆਪੋ ਆਪਣੇ ਘਰਾਂ ਵਿੱਚ ਚਲੇ ਜਾਓ। ਸਿੱਖ ਵੱਖ-ਵੱਖ ਨਹੀਂ ਹੋਣਾ ਚਾਹੁੰਦੇ ਸੀ, ਪਰ ਪੁਲਿਸ ਨੇ ਖੁਦ ਹਿਫਾਜ਼ਤ ਕਰਨ ਦੀ ਗੱਲ ਕਹਿ ਕੇ ਮਜਬੂਰ ਕਰ ਦਿੱਤਾ। ਪੁਲਿਸ ਚਾਹੁੰਦੀ ਸੀ ਕਿ ਸਿੱਖ ਵੰਡੇ ਜਾਣ ਤਾਂ ਇਹ ਇਕੱਠ ਟੁੱਟ ਜਾਵੇ। ਉਹਨਾਂ ਨੇ ਖਾਕੀ ਵਰਦੀ ਉੱਤੇ ਵਿਸ਼ਵਾਸ ਕਰ ਲਿਆ। ਇਹ ਭਰੋਸਾ ਇੰਨਾ ਮਹਿੰਗਾ ਪਿਆ ਕਿ ਪੂਰੇ ਮਹੱਲੇ ਦੀਆਂ ਔਰਤਾਂ ਵਿਧਵਾ ਹੋ ਗਈਆਂ। ਭਾਗੀ ਕੌਰ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਦੇ ਕਹਿਣ ਉੱਤੇ ਸਿੱਖ ਆਪੋ ਆਪਣੇ ਘਰਾਂ ਵਿੱਚ ਗਏ ਤਾਂ ਨੇੜੇ ਦੇ ਚਿੱਲਾ ਪਿੰਡ ਤੋਂ ਆਈ ਹਿੰਸਕ ਭੀੜ ਨੇ ਫਿਰ ਹਮਲਾ ਬੋਲ ਦਿੱਤਾ। ਹੁਣ ਤਾਂ ਪੁਲਿਸ ਵੀ ਉਹਨਾਂ ਦੇ ਨਾਲ ਸੀ। ਇਹਨਾਂ ਨੇ ਘਰਾਂ ਦੇ ਪਾਣੀ ਦੇ ਪਾਈਪ ਤੋੜ ਦਿੱਤੇ। ਬਿਜਲੀ ਦੀਆਂ ਨੰਗੀਆਂ ਤਾਰਾਂ ਕਰੰਟ ਫੈਲਾਉਣ ਲਈ ਘਰਾਂ ਦੇ ਅੰਦਰ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਭੀੜ ਨੇ ਭਰਾ ਸਮੁੰਦਰ ਸਿੰਘ ਨੂੰ ਵੇਖ ਲਿਆ ਤੇ ਕਹਿਣ ਲੱਗੇ ਕਿ ਇੱਧਰ ਆ, ਤੇਰੇ ਵਾਲ ਕੱਟ ਕੇ ਤੈਨੂੰ ਛੱਡ ਦੇਵਾਂਗੇ। ਵਿਚਾਰਾ ਮੈਨੂੰ ਇਹ ਕਹਿ ਕੇ ਚਲਾ ਗਿਆ, ਭੈਣੇ ਜੇਕਰ ਮੈਂ ਮਰ ਗਿਆ ਤਾਂ ਮੇਰੇ ਬੱਚਿਆਂ ਨੂੰ ਵੇਖ ਲਈ। ਇਹ ਕਹਿੰਦੇ ਹੋਏ ਭਾਗੀ ਕੌਰ ਫੇਰ ਸਿਸਕਣ ਲੱਗ ਪੈਂਦੀ ਹੈ। ਬਾਹਰ ਜਾਂਦਿਆਂ ਹੀ ਭੀੜ ਨੇ ਉਸ ਨੂੰ ਘੇਰ ਕੇ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਭਰਜਾਈ ਭੱਜ ਕੇ ਉਸ ਉੱਤੇ ਲੇਟ ਗਈ। ਵਹਿਸ਼ੀਆਂ ਨੇ ਉਸ ਨੂੰ ਚੁੱਕ ਕੇ ਦੂਜੇ ਪਾਸੇ ਪਟਕਿਆ ਤੇ ਸਮੁੰਦਰ ਸਿੰਘ ਨੂੰ ਮਾਰ ਦਿੱਤਾ। ਦੂਜੇ ਭਰਾ ਸੋਹਣ ਸਿੰਘ ਨੂੰ ਟੀਵੀ ਦੇ ਵੱਡੇ ਕੈਬਨਿਟ ਵਿੱਚ ਲੁਕੋ ਦਿੱਤਾ, ਪਰ ਉਸ ਨੂੰ ਬਰਛੇ ਮਾਰ ਕੇ ਖਤਮ ਕਰ ਦਿੱਤਾ। ਜਵਾਈ ਗੁਰਮੁਖ ਸਿੰਘ ਨੂੰ ਬਿਸਤਰਿਆਂ ਵਿੱਚ ਛੁਪਾਇਆ ਹੋਇਆ ਸੀ। ਉਸੇ ਬਿਸਤਰੇ ਵਿੱਚ ਹੀ ਉਸ ਦੇ 1 ਸਾਲ ਦੇ ਪੁੱਤਰ ਹੁਸ਼ਿਆਰ ਸਿੰਘ ਨੂੰ ਵੀ ਇਸ ਤਰ੍ਹਾਂ ਪਾ ਦਿੱਤਾ ਜਿਵੇਂ ਉਹ ਸੌਂ ਰਿਹਾ ਹੋਵੇ। ਪਰ ਭੀੜ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਗੁਰਮੁਖ ਸਿੰਘ ਨੂੰ ਮਾਰ ਦਿੱਤਾ ਤੇ ਉਸ ਦੇ ਪੁੱਤਰ ਨੂੰ ਅੱਗ ਵਿੱਚ ਸੁੱਟ ਦਿੱਤਾ। ਕਹਿ ਰਹੇ ਸੀ, ਸੱਪ ਦਾ ਬੱਚਾ ਹੈ, ਇਸ ਨੂੰ ਵੀ ਖਤਮ ਕਰ ਦੇਵੋ, ਨਹੀਂ ਤਾਂ ਵੱਡਾ ਹੋ ਕੇ ਸਾਨੂੰ ਹੀ ਦੱਸੇਗਾ। ਭਾਗੀ ਕੌਰ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਅੱਗ ਵਿੱਚੋਂ ਬਾਹਰ ਕੱਢਿਆ। ਹੁਣ ਭੀੜ ਨੇ ਭਰਾ ਇੰਦਰ ਸਿੰਘ ਤੇ ਉਸ ਦੇ ਪੁੱਤਰ ਮਨੋਹਰ ਸਿੰਘ ਨੂੰ ਖਿੱਚ ਲਿਆ। ਉਹ ਅੰਮ੍ਰਿਤਧਾਰੀ ਸਿੱਖ ਸੀ।
ਇਸ ਲਈ ਉਸ ਨੂੰ ਜਲੀਲ ਕਰਨ ਲਈ ਪਹਿਲਾਂ ਕੇਸ ਕੱਟਣ ਲਈ ਕਿਹਾ। ਉਸਨੇ ਮਨਾ ਕਰ ਦਿੱਤਾ ਤੇ ਕਿਹਾ, ਜਾਨ ਜਾਂਦੀ ਹੈ ਤਾਂ ਚਲੀ ਜਾਏ, ਪਰ ਸਿੱਖੀ ਤੋਂ ਪਿੱਛੇ ਨਹੀਂ ਹਟਾਂਗਾ। ਦਰਿੰਦੇ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਚੁੱਕ ਕੇ ਲੈ ਗਏ ਤੇ ਨੇੜੇ ਦੀ ਪੀਲੀ ਕੋਠੀ ਵਿੱਚ ਚੀਰ ਕੇ ਮਾਰ ਸੁੱਟਿਆ। ਜਮਨਾ ਪਾਰ ਵਿੱਚ ਕਾਂਗਰਸ ਦੇ ਸਭ ਤੋਂ ਵੱਡੇ ਗੁੰਡੇ ਦੀ ਉਪਾਧੀ ਨਾਲ ਸਨਮਾਨਿਤ ਹਰਕਿਸ਼ਨ ਲਾਲ ਭਗਤ ਨੇ ਖੁਦ ਭੀੜ ਦੀ ਅਗਵਾਈ ਕੀਤੀ ਸੀ। ਭਾਗੀ ਕੌਰ ਦੱਸਦੀ ਹੈ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕੁੜਤਾ ਪਜਾਮਾ ਪਾ ਕੇ ਤੇ ਕਰੀਮ ਰੰਗ ਦੀ ਸ਼ਾਲ ਲੈ ਕੇ ਉਹ ਆਇਆ ਤੇ ਕਹਿਣ ਲੱਗਾ, ਸਾਲਾ ਕੋਈ ਸਰਦਾਰ ਨਹੀਂ ਬਚਣਾ ਚਾਹੀਏ, ਪੁਲਿਸ ਕੁਝ ਨਹੀਂ ਕਹੇਗੀ, ਜੋ ਲੁੱਟਣਾ ਹੈ ਲੁੱਟ ਲਓ। ਇਸ ਭੀੜ ਵਿੱਚ ਉਹ ਕਿਸ਼ੋਰੀ ਲਾਲ ਕਸਾਈ ਵੀ ਸੀ, ਜਿਸ ਨੇ ਜਾਨਵਰ ਕੱਟਣ ਵਾਲੇ ਆਪਣੇ ਛੁਰੇ ਨਾਲ ਪਤਾ ਨਹੀਂ ਕਿੰਨੇ ਸਿੱਖਾਂ ਨੂੰ ਜਿਉਂਦੇ ਕੱਟ ਦਿੱਤਾ। 5000 ਤੋਂ ਵੱਧ ਸਿੱਖਾਂ ਦੇ ਕਤਲ ਵਿੱਚ ਸਿਰਫ ਇੱਕ ਕਿਸ਼ੋਰੀ ਲਾਲ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਉਸ ਨੂੰ ਵੀ ਅਦਾਲਤ ਨੇ ਉਮਰ ਕੈਦ ਕਰ ਦਿੱਤਾ। ਕਹਿੰਦੇ ਹਨ ਕਿ ਇਹ ਕਸਾਈ ਸਿੱਖਾਂ ਨੂੰ ਆਪਣੀ ਦਾਤਰੀ ਨਾਲ ਕੱਟ ਕੇ ਖੂਨ ਨੂੰ ਮੂੰਹ ਨਾਲ ਲਾਉਂਦਾ ਸੀ। ਇਹਨਾਂ ਵਿੱਚ ਹੀ ਸ਼ਾਮਲ ਸੀ ਉਹ ਡਾਕਟਰ ਬਨਾਮ ਅਸ਼ੋਕ ਬਨਾਮ ਲੰਬੂ, ਜਿਸ ਨੇ ਨਾ ਸਿਰਫ ਸਿੱਖਾਂ ਨੂੰ ਮਾਰਨ ਵਿੱਚ ਭੂਮਿਕਾ ਨਿਭਾਈ, ਬਲਕਿ ਇੱਥੋਂ ਤੱਕ ਦੋਸ਼ ਲੱਗੇ ਕਿ ਉਸ ਨੇ ਅੱਧਮਰੇ ਸਿਸਕਦੇ ਹੋਏ ਸਿੱਖਾਂ ਦੀਆਂ ਅੱਖਾਂ ਕੱਢ ਲਈਆਂ ਤਾਂ ਕਿ ਉਹਨਾਂ ਦੀ ਬਾਅਦ ਵਿੱਚ ਵਰਤੋਂ ਕੀਤੀ ਜਾ ਸਕੇ। ਕਾਂਗਰਸ ਦੀ ਟਿਕਟ ਉੱਤੇ ਬਾਅਦ ਵਿੱਚ ਉਹ ਕੌਂਸਲਰ ਬਣਿਆ। ਭੀੜ ਸਿੱਖ ਆਦਮੀਆਂ ਤੇ ਮੁੰਡਿਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਬਖਸ਼ ਰਹੀ ਸੀ। ਭਾਗੀ ਕੌਰ ਦੇ 2 ਪੁੱਤਰ ਸੀ, 5 ਸਾਲ ਦਾ ਬਲਵੰਤ ਸਿੰਘ ਤੇ 2 ਸਾਲ ਦਾ ਬਲਬੀਰ, 2 ਧੀਆਂ, 4 ਸਾਲ ਦੀ ਅਨੀਤਾ ਕੌਰ ਤੇ 6 ਮਹੀਨਿਆਂ ਦੀ ਪਿੰਕੀ। ਬਲਵੰਤ ਤੇ ਬਲਵੀਰ ਦੇ ਸਿਰ ਤੇ ਜੂੜੇ ਦੇ ਬਦਲੇ ਗੁੱਤਾਂ ਕਰਕੇ ਉਹਨਾਂ ਨੂੰ ਕੁੜੀਆਂ ਦੇ ਕੱਪੜੇ ਪਵਾ ਦਿੱਤੇ। ਬਲਵੰਤ ਸਿੰਘ ਹੁਣ 31 ਸਾਲ ਦਾ ਹੈ, ਪਰ ਸਾਰਾ ਦਿਨ ਨਸ਼ੇ ਦੀਆਂ ਨੀਲੇ ਰੰਗ ਦੀਆਂ ਪ੍ਰੋਕਸੀਵਾਨ ਦੀਆਂ ਗੋਲੀਆਂ ਫੱਕਦਾ ਰਹਿੰਦਾ ਹੈ। ਗੁਰਦੁਆਰਾ ਕਮੇਟੀ ਵਿੱਚ ਉਸ ਨੂੰ ਨੌਕਰੀ ਮਿਲੀ ਹੋਈ ਹੈ, ਪਰ ਉਹ ਨਸ਼ੇ ਵਿੱਚ ਹੀ ਧੁੱਤ ਰਹਿੰਦਾ ਹੈ। ਦੂਜਾ ਪੁੱਤਰ ਬਲਬੀਰ ਸਿੰਘ, ਜੋ ਉਸ ਵਕਤ 2 ਸਾਲਾਂ ਦਾ ਸੀ ਅਤੇ ਉਸ ਨੂੰ ਬਲਦੀ ਅੱਗ ਤੋਂ ਬਚਾਇਆ ਸੀ, ਉਹ ਵੀ ਵੱਡਾ ਹੋਣ ਤੇ ਨਸ਼ੇ ਵਿੱਚ ਫਸ ਗਿਆ ਤੇ ਉਸ ਨੇ ਖੁਦਕੁਸ਼ੀ ਕਰ ਲਈ। ਸ਼ਾਇਦ ਉਸ ਨੇ ਨਸ਼ੇ ਦੀਆਂ ਵਾਧੂ ਗੋਲੀਆਂ ਖਾ ਲਈਆਂ ਸੀ। ਇੱਕ ਦਿਨ ਭਾਗੀ ਕੌਰ ਜਦੋਂ ਆਪਣੀ ਨੌਕਰੀ ਤੋਂ ਘਰ ਵਾਪਸ ਆਈ ਤਾਂ ਵੇਖਿਆ ਕਿ ਉਹ ਮਰ ਚੁੱਕਾ ਹੈ। ਭਾਗੀ ਕੌਰ ਦੇ ਪਤੀ ਲੱਛੂ ਸਿੰਘ 1 ਨਵੰਬਰ ਦੇ ਹਮਲੇ ਤੋਂ ਬਾਅਦ ਵੀ ਕਿਸੇ ਤਰ੍ਹਾਂ ਜਿੰਦਾ ਬਚ ਗਏ ਸੀ। ਅਗਲੇ ਦਿਨ ਉਹ ਸਾਰੀਆਂ ਔਰਤਾਂ ਨੂੰ ਲੈ ਕੇ ਨਾਲੇ ਦੇ ਕੰਢੇ ਕਲਿਆਣਪੁਰੀ ਪੁਲਿਸ ਚੌਂਕੀ ਦੇ ਵੱਲ ਤੁਰ ਪਏ, ਪਰ ਇੱਲਾਂ ਵਾਂਗ ਸਿੱਖਾਂ ਨੂੰ ਲੱਭ ਰਹੇ ਦੰਗਾਈਆਂ ਨੇ ਇਹਨਾਂ ਨੂੰ ਮਯੂਰ ਵਿਹਾਰ ਦੇ ਕੋਲ ਵੇਖ ਲਿਆ ਤੇ ਉੱਥੇ ਨਾਲੇ ਦੇ ਕੋਲ ਹੀ ਮਾਰ ਦਿੱਤਾ ਸੀ। ਪਤੀ ਦੀ ਲਾਸ਼ ਨੂੰ ਉੱਥੇ ਹੀ ਛੱਡ ਕੇ ਭਾਗੀ ਕੌਰ ਬਾਕੀ ਵਿਧਵਾਵਾਂ ਦੇ ਨਾਲ ਕਲਿਆਣਪੁਰੀ ਥਾਣੇ ਪੁੱਜੀ ਤਾਂ ਹੋਰ ਸਹਿਮ ਗਈ। ਸਿੱਖਾਂ ਦੀਆਂ ਅੱਧ ਸੜੀਆਂ ਲਾਸ਼ਾਂ ਨਾਲ ਭਰੀ ਗੱਡੀ ਹੁਣੇ ਉੱਥੇ ਪਹੁੰਚੀ ਸੀ। ਉਸ ਦੀ ਬਦਬੂ ਅਸਹਿਣਯੋਗ ਸੀ। ਸੈਂਕੜੇ ਲਾਸ਼ਾਂ ਇੱਕੋ ਹੀ ਗੱਡੀ ਵਿੱਚ ਭਰੀਆਂ ਪਈਆਂ ਸੀ। ਕਿਸੇ ਤਰ੍ਹਾਂ ਉੱਥੋਂ ਝਿਰਮਲ ਕਲੋਨੀ ਫਰਸ਼ ਬਾਜ਼ਾਰ ਵਿੱਚ ਲੱਗੇ ਰਾਹਤ ਕੈਂਪ ਪੁੱਜੇ, ਜਿੱਥੇ ਉਹਨਾਂ ਨੇ 8 ਮਹੀਨਿਆਂ ਤੱਕ ਬੇਹੱਦ ਤੰਗੀ ਵਾਲੀ ਤੇ ਅਪਮਾਨਿਤ ਜ਼ਿੰਦਗੀ ਵੇਖੀ। ਭਾਗੀ ਕੌਰ ਜਦੋਂ ਤਿਲਕ ਵਿਹਾਰ ਵਿੱਚ ਮਿਲੇ 40 ਗਜ ਦੇ ਫਲੈਟ ਵਿੱਚ ਰਹਿਣ ਆਈ ਤਾਂ ਉਸ ਕੋਲ ਬੱਚਿਆਂ ਤੋਂ ਇਲਾਵਾ ਇੱਕ ਮਾਚਿਸ ਦੀ ਡੱਬੀ ਤੇ ਮੋਮਬੱਤੀ ਨੂੰ ਛੱਡ ਕੇ ਹੋਰ ਕੁਝ ਨਹੀਂ ਸੀ। ਪਤੀ ਕੁੱਲੀ ਦਾ ਕੰਮ ਕਰਦੇ ਸਨ, ਇਸ ਲਈ ਕੋਈ ਜਮ੍ਹਾਂ ਪੂੰਜੀ ਵੀ ਨਹੀਂ ਸੀ। ਬੱਚੇ ਪੜ੍ਹ ਲਿਖ ਨਹੀਂ ਸਕੇ, ਰੁਜ਼ਗਾਰ ਨਹੀਂ ਮਿਲਿਆ ਤੇ ਨਸ਼ਿਆਂ ਵਿੱਚ ਫਸ ਗਏ। ਸਿਸਕਦੇ ਹੋਏ ਭਾਗੀ ਕੌਰ ਹੁਣ ਕਹਿੰਦੀ ਹੈ ਕਿ ਮੇਰੇ ਭਾਗਾਂ ਵਿੱਚ ਇਹੀ ਲਿਖਿਆ ਸੀ, ਜਾਂ ਭਾਗ ਵਿਧਾਤਾ ਵੀ ਉਸ ਦਾ ਭਾਗ ਲਿਖਣ ਦੇ ਬਾਅਦ ਭੁੱਲ ਗਿਆ। ਦੰਗਾਈਆਂ ਦਾ ਸਾਥ ਦੇ ਰਹੀ ਪੁਲਿਸ ਤੋਂ ਇਹਨਾਂ ਵਿਧਵਾਵਾਂ ਨੇ ਕੁਝ ਹੱਦ ਤੱਕ ਤਾਂ ਬਦਲਾ ਲਿਆ ਜਦੋਂ ਪੁਲਿਸ ਇੰਸਪੈਕਟਰ ਸ਼ਰਮਾ ਨੂੰ SHO ਬਣਾ ਕੇ ਤਿਲਕ ਵਿਹਾਰ ਵੱਲ ਭੇਜਿਆ ਗਿਆ। ਤਰਲੋਕਪੁਰੀ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਦੀ ਬਸਤੀ ਇੱਥੇ ਹੀ ਵਸਾਈ ਗਈ ਸੀ। 1986 ਦੀ ਗੱਲ ਹੈ। ਕਲੋਨੀ ਵਿੱਚ ਦੰਗਾ ਪੀੜਤ ਕੋਈ ਪ੍ਰੋਗਰਾਮ ਕਰ ਰਹੇ ਸੀ ਤਾਂ ਇਹ ਪੁਲਿਸ ਬਲ ਲੈ ਕੇ ਆ ਪਹੁੰਚਿਆ। ਵਿਧਵਾਵਾਂ ਨੇ ਇਸ ਨੂੰ ਪਛਾਣ ਲਿਆ, ਭੁੱਲਦੀਆਂ ਵੀ ਕਿਵੇਂ, ਉਹ ਚਿਹਰੇ ਭੁੱਲਣ ਲਾਇਕ ਨਹੀਂ ਸੀ। ਇਸ ਦੇ ਬਾਅਦ ਸਾਰੀਆਂ ਔਰਤਾਂ ਨੇ ਇਸ ਨੂੰ ਘੇਰ ਕੇ ਜੁੱਤੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ, ਵਰਦੀ ਪਾੜ ਦਿੱਤੀ ਤੇ ਟੋਪੀ ਲਾ ਕੇ ਸੁੱਟ ਦਿੱਤੀ। ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਭੱਜਣ ਲਈ ਮਜਬੂਰ ਹੋਇਆ। ਇਸ ਤੋਂ ਬਾਅਦ DSP ਫੋਰਸ ਲੈ ਕੇ ਆ ਗਿਆ। ਅਖੀਰ ਉਸ ਦੇ ਥੱਲੇ ਆਉਂਦੇ SHO ਦੀ ਸ਼ਰੇਆਮ ਪਿਟਾਈ ਕੀਤੀ ਗਈ ਸੀ।
ਉਹ ਪੁਲਿਸ ਬਲ ਦੇ ਨਾਲ ਆ ਕੇ ਰੁੱਬ ਪਾਉਣ ਲੱਗਾ ਅਤੇ ਉਹਨਾਂ ਔਰਤਾਂ ਦੇ ਨਾਂ ਪੁੱਛਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਜੁੱਤੀਆਂ ਮਾਰੀਆਂ ਸੀ। ਸਾਰੀਆਂ ਨੇ ਇੱਕ ਹੀ ਜਵਾਬ ਦਿੱਤਾ, ਜਿਸ ਦੇ ਆਦਮੀ ਹੀ ਨਹੀਂ ਰਹੇ ਉਸ ਦਾ ਨਾਮ ਹੀ ਕੀ ਰਿਹਾ। ਇਹ ਜਵਾਬ ਸੁਣ ਕੇ ਉਹ ਆਪਣਾ ਜਿਹਾ ਮੂੰਹ ਲੈ ਕੇ ਪਰਤ ਗਿਆ। ਕਾਤਲਾਂ ਦੀ ਟ੍ਰੇਨ। ਇਹ ਕਾਤਲਾਂ ਦੀ ਟ੍ਰੇਨ ਸੀ ਤੇ ਰੋਹਤਕ ਤੋਂ ਆਈ ਸੀ। ਜਦੋਂ ਤੱਕ ਇਹ ਟ੍ਰੇਨ ਨਹੀਂ ਸੀ ਆਈ ਉਦੋਂ ਤੱਕ ਨਾਗਲੋਈ ਦੇ ਸਿੱਖ ਆਪਣੇ ਲੋਕਲ ਗੁਰਦੁਆਰੇ ਵਿੱਚ ਇਕੱਠਿਆਂ ਹੋ ਕੇ ਦੰਗਾਈਆਂ ਨਾਲ ਪੂਰਾ ਲੋਹਾ ਲੈ ਰਹੇ ਸੀ। ਦੰਗਾਈਆਂ ਦੀ ਗਿਣਤੀ ਵਾਧੂ ਹੋਣ ਦੇ ਬਾਵਜੂਦ ਉਹ ਗੁਰਦੁਆਰੇ ਵਿੱਚ ਨਹੀਂ ਵੜ ਸਕੇ ਸੀ। ਪਰ 1 ਨਵੰਬਰ ਦੀ ਦੁਪਹਿਰ 12 ਵਜੇ ਕਾਤਲਾਂ ਦੀ ਰੇਲ ਦੇ ਆਉਂਦਿਆਂ ਹੀ ਪਾਸਾ ਪਲਟ ਗਿਆ। ਲੋਹੇ ਦੀਆਂ ਰਾਡਾਂ, ਡਾਂਗਾਂ, ਤਲਵਾਰਾਂ, ਹੋਰ ਹਥਿਆਰਾਂ ਤੇ ਚਿੱਟੇ ਪਾਊਡਰ ਨਾਲ ਲੈਸ ਇਨ੍ਹਾਂ ਸੈਂਕੜੇ ਕਾਤਲਾਂ ਦੇ ਅੱਗੇ ਇਲਾਕੇ ਦੇ ਮੁੱਠੀ ਭਰ ਸਿੱਖ ਬੇਬਸ ਹੋ ਗਏ ਸਨ। ਸਿੱਖ ਕਤਲੇਆਮ ਕਿੰਨਾ ਯੋਜਨਾਬੱਧ ਸੀ। ਇਹ ਨਾਗਲੋਈ ਵਿੱਚ ਸਿੱਖਾਂ ਨੂੰ ਮਾਰਨ ਆਈ ਇਹ ਰੇਲ ਚੰਗੀ ਤਰ੍ਹਾਂ ਸਾਫ਼ ਕਰ ਦਿੰਦੀ ਹੈ। ਦੰਗਿਆਂ ਨੂੰ ਅੰਜਾਮ ਦੇ ਰਹੇ ਨੇਤਾਵਾਂ ਨੂੰ ਪਲ ਪਲ ਪਤਾ ਲੱਗ ਰਿਹਾ ਸੀ ਕਿ ਕਿੱਥੇ ਸਿੱਖ ਵਿਰੋਧ ਕਰ ਰਹੇ ਨੇ ਤੇ ਕਿੱਥੇ ਨਹੀਂ। ਜਿਵੇਂ ਹੀ ਨਾਗਲੋਈ ਦੇ ਗੁਰਦੁਆਰੇ ਵਿੱਚ ਸਿੱਖਾਂ ਨੇ ਇਕੱਠਿਆਂ ਹੋ ਕੇ ਮੁਕਾਬਲਾ ਕਰਨ ਦਾ ਪਤਾ ਲੱਗਾ ਤਾਂ ਰੋਹਤਕ ਤੋਂ ਰੇਲ ਭਜਵਾ ਦਿੱਤੀ। ਕਤਲੇਆਮ ਦੇ ਵਕਤ ਨਾਗਲੋਈ ਦੀ ਜੇ ਕਲੋਨੀ ਵਿੱਚ ਰਹਿਣ ਵਾਲੀ ਗੁਰਬਚਨ ਕੌਰ ਦੱਸਦੀ ਹੈ ਕਿ ਜਦੋਂ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਸਿੱਖਾਂ ਤੇ ਹਮਲੇ ਦੀ ਗੱਲ ਫੈਲਣ ਲੱਗੀ ਤਾਂ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੇ ਸਾਰਿਆਂ ਸਿੱਖਾਂ ਨੂੰ ਗੁਰਦੁਆਰੇ ਵਿੱਚ ਇਕੱਠਿਆਂ ਹੋਣ ਲਈ ਲਾਊਡ ਸਪੀਕਰ ਤੇ ਕਹਿ ਦਿੱਤਾ। ਵੇਖਦੇ ਹੀ ਵੇਖਦੇ ਤਕਰੀਬਨ ਸਾਰੇ ਸਿੱਖ ਮਰਦ ਉੱਥੇ ਇਕੱਠੇ ਹੋ ਗਏ। ਭੀੜ ਨੇ ਗੁਰਦੁਆਰੇ ਉੱਤੇ ਹਮਲਾ ਕਰ ਦਿੱਤਾ। ਮੁਕਾਬਲਾ ਚਾਲੂ ਹੋ ਗਿਆ ਤੇ ਸਿੱਖਾਂ ਨੇ ਭੀੜ ਨੂੰ ਗੁਰਦੁਆਰੇ ਵਿੱਚ ਵੜਨ ਨਹੀਂ ਦਿੱਤਾ। ਲਗਾਤਾਰ ਪੱਥਰ ਇੱਟਾਂ ਚੱਲ ਰਹੇ ਸੀ ਤੇ ਸਿੱਖ ਪੂਰੇ ਜੋਸ਼ ਨਾਲ ਮੁਕਾਬਲਾ ਕਰ ਰਹੇ ਸੀ। ਇਹ ਸਭ ਕੁਝ 3-4 ਘੰਟੇ ਚੱਲਦਾ ਰਿਹਾ। ਤਦੇ 12 ਵਜੇ ਦੇ ਕਰੀਬ ਰੋਹਤਕ ਤੋਂ ਇੱਕ ਰੇਲ ਗੱਡੀ ਨੇੜੇ ਦੀ ਰੇਲਵੇ ਲਾਈਨ ਤੇ ਆ ਕੇ ਰੁਕੀ ਤੇ ਉਸ ਵਿੱਚੋਂ ਸੈਂਕੜੇ ਦੰਗਾਈ ਜਿਨ੍ਹਾਂ ਦੇ ਹੱਥਾਂ ਵਿੱਚ ਮੌਤ ਦਾ ਪੂਰਾ ਸਾਮਾਨ ਸੀ ਉਤਰੇ ਤੇ ਹਮਲਾ ਕਰ ਦਿੱਤਾ। ਇਹਨਾਂ ਦੇ ਕੋਲ ਇੱਕ ਐਸਾ ਚਿੱਟਾ ਪਾਊਡਰ ਸੀ ਜਿਸ ਨੂੰ ਸੁੱਟਦਿਆਂ ਹੀ ਫੌਰਨ ਅੱਗ ਲੱਗ ਜਾਂਦੀ ਸੀ। ਇਸ ਨਾਲ ਛੇਤੀ ਅੱਗ ਫੜੀ ਜਾਂਦੀ ਸੀ। ਹੁਣ ਇਹਨਾਂ ਨੇ ਸਿੱਖਾਂ ਦੇ ਘਰਾਂ ਤੇ ਗੁਰਦੁਆਰਿਆਂ ਵਿੱਚ ਇਹ ਪਾਊਡਰ ਸੁੱਟ ਕੇ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਸੀ। ਗੁਰਬਚਨ ਕੌਰ ਆਪਣੀ ਜਾਨ ਬਚਾਉਣ ਲਈ ਨੇੜੇ ਹੀ ਇੱਕ ਮੁਸਲਮਾਨ ਹਮੀਦ ਦੇ ਘਰ ਚਲੀ ਗਈ, ਜਦ ਕਿ ਉਸ ਦਾ ਪੁੱਤਰ ਹਰਭਜਨ ਸਿੰਘ ਗੁਰਦੁਆਰੇ ਵਿੱਚ ਹੀ ਸੀ। ਹੁਣ ਹਜ਼ਾਰਾਂ ਦੀ ਭੀੜ ਤੇ ਗੁਰਦੁਆਰੇ ਵਿੱਚ ਅੱਗ ਲੱਗ ਜਾਣ ਨਾਲ ਮੁਕਾਬਲਾ ਮੁਸ਼ਕਲ ਹੋ ਗਿਆ। ਹੌਲੇ ਹੌਲੇ ਦੰਗਾਈਆਂ ਨੇ ਗੁਰਦੁਆਰੇ ਵਿੱਚ ਮੌਜੂਦ ਸਾਰੇ ਬੰਦਿਆਂ ਦਾ ਕਤਲ ਕਰ ਦਿੱਤਾ। ਪੁੱਤਰ ਹਰਭਜਨ ਸਿੰਘ ਵੀ ਮਾਰਿਆ ਗਿਆ। ਪਤੀ ਸ਼ੇਰ ਸਿੰਘ ਕਿਸੇ ਤਰ੍ਹਾਂ ਛਿਪਦੇ ਛਪਾਉਂਦੇ ਹਮੀਦ ਦੇ ਘਰ ਆ ਗਏ ਸੀ, ਪਰ 2 ਨਵੰਬਰ ਨੂੰ ਉਹਨਾਂ ਨੂੰ ਵੀ ਘਰੋਂ ਬਾਹਰ ਕੱਢ ਕੇ ਮਾਰ ਦਿੱਤਾ ਗਿਆ। ਜੇਕਰ ਇਹ ਟ੍ਰੇਨ ਨਾ ਆਉਂਦੀ ਤਾਂ ਗੁਰਦੁਆਰੇ 'ਚ ਕੋਈ ਨਾ ਮਾਰਿਆ ਜਾਂਦਾ। ਪਰ ਇਸ ਰੇਲ ਦੇ ਆਉਣ ਦੇ ਬਾਅਦ ਪਹਿਲਾਂ ਤੋਂ ਦੰਗਾ ਕਰ ਰਹੇ ਦੰਗਾਈਆਂ ਦੇ ਹੌਸਲੇ ਹੋਰ ਵੀ ਵੱਧ ਗਏ ਸਨ। ਬਿਸ਼ਨ ਕੌਰ ਦੇ ਪਤੀ ਕੁਲਵੰਤ ਸਿੰਘ ਵੀ ਇਸੇ ਗੁਰਦੁਆਰੇ ਵਿੱਚ ਮਾਰੇ ਗਏ ਸੀ। ਮਹਿੰਦਰ ਕੌਰ ਰੋਹਤਕ ਦੀ ਇਸ ਖੂਨੀ ਟ੍ਰੇਨ ਵਿੱਚ ਆਏ ਕਾਤਲਾਂ ਬਾਰੇ ਹੋਰ ਵਿਸਤਾਰ ਵਿੱਚ ਦੱਸਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਪਰਾਧੀ ਕਿਸਮ ਦੇ ਵਿਅਕਤੀ ਸੀ ਤੇ ਲੋਕਾਂ ਨੂੰ ਮਾਰਨ ਵਿੱਚ ਪੂਰੀ ਤਰ੍ਹਾਂ ਸਿੱਖੇ ਹੋਏ ਲੱਗ ਰਹੇ ਸੀ। ਉਹ ਇੱਕ ਹੀ ਵਾਰ ਵਿੱਚ ਆਦਮੀ ਨੂੰ ਖਤਮ ਕਰ ਦਿੰਦੇ ਸੀ। ਐਵੇਂ ਲੱਗਦਾ ਸੀ ਜਿਵੇਂ ਇਹ ਲੋਕ ਮਾਰਨ ਦਾ ਕੰਮ ਪਹਿਲਾਂ ਵੀ ਕਰ ਚੁੱਕੇ ਸੀ। ਸ਼ਾਇਦ ਅਪਰਾਧੀਆਂ, ਕਾਤਲਾਂ ਤੇ ਲੁਟੇਰਿਆਂ ਨੂੰ ਚੁਣ ਕੇ ਇਸ ਰੇਲ ਵਿੱਚ ਭੇਜਿਆ ਗਿਆ ਸੀ। ਸਿੱਖਾਂ ਨੂੰ ਮਾਰਨ ਦੇ ਬਾਅਦ ਇਹਨਾਂ ਨੂੰ ਲੁੱਟ ਖਸੁੱਟ ਕਰਨ ਦੀ ਪੂਰੀ ਛੋਟ ਸੀ। ਰੋਹਤਕ ਤੋਂ ਆਈ ਇਹ ਟ੍ਰੇਨ ਸਾਫ਼ ਸੰਕੇਤ ਕਰਦੀ ਹੈ ਕਿ ਹਰਿਆਣਾ ਦੇ ਵੱਲੋਂ ਕਿਸੇ ਤਰ੍ਹਾਂ ਕਾਂਗਰਸੀ ਨੇਤਾ ਅਪਰਾਧੀ ਕਿਸਮ ਦੇ ਲੋਕਾਂ ਨੂੰ ਬੱਸਾਂ ਤੇ ਰੇਲਾਂ ਵਿੱਚ ਭਰ ਕੇ ਭੇਜ ਰਹੇ ਸੀ। ਮਿਸ਼ਰਾ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਗੁਰਬਚਨ ਸਿੰਘ ਦੱਸਦੇ ਹਨ ਕਿ ਕਿਵੇਂ ਸਵੇਰ ਤੋਂ ਹੀ ਉਹ ਦੰਗਾਈਆਂ ਦੇ ਖਿਲਾਫ ਲੜ ਰਹੇ ਸੀ। ਤਦੇ ਵੇਖਿਆ ਕਿ ਡੀਟੀਸੀ ਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਭਰ ਕੇ ਸੈਂਕੜੇ ਦੰਗਾਈ ਭੇਜੇ ਗਏ ਸੀ। ਇਸ ਦੇ ਬਾਵਜੂਦ ਸਿੱਖ ਉਹਨਾਂ ਦਾ ਮੁਕਾਬਲਾ ਕਰਦੇ ਰਹੇ। ਪਰ ਦੁਪਹਿਰ ਨੂੰ ਜਦੋਂ ਰੋਹਤਕ ਤੋਂ ਆਈ ਰੇਲ ਵਿੱਚ 2000 ਦੇ ਕਰੀਬ ਹਥਿਆਰੇ ਮੌਤ ਦਾ ਸਮਾਨ ਲੈ ਕੇ ਉਤਰੇ ਤਾਂ ਫਿਰ ਸਾਰਾ ਪਾਸਾ ਹੀ ਪਲਟ ਗਿਆ। ਇਹ ਸਿਰ ਤੇ ਡਾਂਗਾਂ ਦਾ ਜ਼ਬਰਦਸਤ ਵਾਰ ਕਰਦੇ
ਤੇ ਫਿਰ ਮਿੱਟੀ ਦਾ ਤੇਲ ਤੇ ਚਿੱਟਾ ਪਾਊਡਰ ਪਾ ਕੇ ਅੱਗ ਲਾ ਦਿੰਦੇ ਸੀ। ਕਿਤਾਬ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ ਪੱਤਰਕਾਰ ਦਿੱਲੀ, ਭਾਗ ਤੀਜਾ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।